ਕਾਫਲਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਕੁਲਦੀਪ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਨਿੱਕੀ ਜੀ ਆਇਆਂ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਹਮੇਸ਼ਾ ਅਸੀਂ ਤੁਹਾਡੇ ਨਾਲ ਜੋ ਕਿ ਸਾਰੇ ਵੀਕ ਦੀਆਂ ਹਫਤਾਵਾਰੀ ਨਿਊਜ਼ ਹੁੰਦੀਆਂ ਨੇ, ਅਸੀਂ ਤੁਹਾਡੇ ਨਾਲ ਜਿਹੜੀਆਂ ਹਰ ਵੀਕਐਂਡ ਦੇ ਉੱਤੇ ਸਾਂਝ ਪਾਉਂਦੇ ਹਾਂ। ਕੀ ਕੁਛ ਭਾਵੇਂ ਇਸ ਮੁਲਕ ਦੇ ਵਿੱਚ ਜਾਂ ਸਾਡੇ ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ ਉਹਦੇ ਉੱਤੇ ਆਪਾਂ ਜਿਹੜੀ ਅੱਜ ਸਾਂਝ ਪਾਵਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਆਪਦੇ ਨੰਬਰ ਦੇ ਦਈਏ। ਤੁਹਾਡਾ ਕੋਈ ਵੀ ਸਵਾਲ ਹੈਗਾ ਸਟੂਡੀਓ ਵਿੱਚ ਕਾਲ ਕਰਨਾ ਚਾਹੁੰਦੇ ਹੋ ਜਾਂ WhatsApp ਕਾਲ ਕਰਨਾ ਚਾਹੁੰਦੇ ਹੋ 905 601 1300 9056011300 ਦੇ ਉੱਤੇ ਜਿਹੜੀ ਕਾਲ ਕੀਤੀ ਜਾ ਸਕਦੀ ਹੈ। ਜੀ ਅਸੀਂ ਅੱਜ ਜਿਹੜੇ ਭਖ ਦੇ ਮੁੱਦੇ ਨੇ, ਭਾਰਤ ਦੇ ਵਿੱਚ ਕਿਸਾਨੀ ਅੰਦੋਲਨ ਚੱਲਦੇ ਨੂੰ 6 ਮਹੀਨੇ ਹੋ ਚੁੱਕੇ ਨੇ। ਰਕੇਸ਼ ਟਕੈਤ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕੁਛ ਭਾਰਤ ਦੇ ਵਿੱਚ ਹੋ ਰਿਹਾ, ਕੀ ਕਿਸਾਨੀ ਅੰਦੋਲਨ ਕਿੱਥੇ ਤੱਕ ਕਿਹੜੀਆਂ ਬੁਰੂਹਾਂ ਤੇ ਪਹੁੰਚਿਆ ਹੈਗਾ। ਟਕੈਤ ਜੀ ਤੁਹਾਡਾ ਕਾਫਲਾ ਟੀਵੀ ਦੇ ਵਿੱਚ ਜੀ ਆਇਆਂ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਧੰਨਵਾਦ ਟਕੈਤ ਸਾਹਿਬ, ਤੁਸੀਂ ਪਹਿਲਾਂ ਸਾਨੂੰ ਟਾਈਮ ਦਿੱਤਾ ਹੈਗਾ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾ ਰਹੇ ਹੋ। ਅੱਜ ਜਿੰਨੇ ਵੀ ਸਾਡੇ ਕੈਨੇਡਾ, ਅਮਰੀਕਾ ਦੇ ਵਿੱਚ ਇੱਧਰਲੇ ਮੁਲਕਾਂ ਦੇ ਵਿੱਚ ਬੈਠੇ ਨੇ, ਬੜੇ ਕਿਸਾਨੀ ਦੇ ਨਾਲ ਹਮਦਰਦੀ ਰੱਖਦੇ ਨੇ। ਕਈ ਲੋਕ ਇਸ ਮੁਲਕਾਂ ਦੇ ਵਿੱਚੋਂ ਅੰਦੋਲਨ ਦੇ ਵਿੱਚ ਪਹੁੰਚੇ ਨੇ, ਪਰ ਹੁਣ ਜਿਹੜੀਆਂ ਅੰਦੋਲਨ ਹੈਗਾ ਕਿੱਥੇ ਤੱਕ ਪਹੁੰਚਿਆ ਹੋਇਆ, ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝ ਪਾਵੋ ਜੀ। ਕੀ ਅੰਦੋਲਨ ਦੀ ਸਥਿਤੀ हैगी है? आंदोलन की स्थिति यहाँ पर ठीक है और सरकार बातचीत नहीं कर रही, तो जब तक ये आंदोलन चलता रहेगा। 6 महीने हो जाएंगे 26 तारीख को जी, और सरकार अभी जब तक बात नहीं करेगी जब तक आंदोलन जारी रहेगा। और 6 महीने को ब्लैक डे हम अपने घर पे, अपने ट्रैक्टर पे, अपनी गाड़ी पे काले रंग का ब्लैक जो फ्लैग होगा उसको लगाएंगे, सरकार का पुतला फूंकेंगे। ये हमारा पूरा 26 तारीख को प्रोग्राम है, क्योंकि सरकार के 7 साल होंगे और किसान आंदोलन के 6 महीने होंगे। तो ये हमारा प्रोग्राम है और हमने सरकार को संयुक्त मोर्चे ने एक चिट्ठी लिखी है जी कि किसान बातचीत करना चाहता है, तो अब उनके उसमें मैसेज दे दिया हमने। तो सरकार जब बातचीत करना चाहेगी तो हम जब बात करेंगे उनसे। हमारे मसले वही हैं, 3 कानून वापसी हो, MSP पे कानून बने, बिजली, ये और जो मसले हैं इन पर सब चीजों पर सरकार से हम बात करना चाहते हैं। तो ये हमारे सारे इशू हैं। अब नया कोविड वाले हैं इशू, ये आगे है नहीं, इस पर भी सरकार से बातचीत करेंगे। हेल्थ के ऊपर बात करेंगे, जो रूरल हेल्थ डेवलपमेंट होना चाहिए था वो नहीं हुआ, तो उस पर भी बातचीत करेंगे। एजुकेशन पे भी बात करेंगे। तो और भी बहुत मसले अब आगे हैं, तो उस पर भी सरकार से बातचीत करेंगे हम। जी ਟਕੈਤ ਸਾਹਿਬ, ਜਿਸ ਹਿਸਾਬ ਨਾਲ ਤੁਸੀਂ ਹੁਣ ਬਲੈਕ ਡੇ ਦੀ ਜਿਹੜੀ ਗੱਲ ਕੀਤੀ ਹੈ, ਕਾਲਾ ਦਿਨ ਮਨਾਉਣ ਦੀ ਗੱਲ ਕੀਤੀ ਆ, ਪਹਿਲਾਂ ਵੀ ਜਿਹੜਾ ਭਾਰਤ ਬੰਦ ਦੇ ਸੱਦੇ ਆਏ ਨੇ, ਪਰ ਕੀ ਸਰਕਾਰਾਂ ਨੂੰ ਉਹਨਾਂ ਦੇ ਉੱਤੇ ਕੋਈ ਅਸਰ ਪਿਆ ਕਿ ਨਹੀਂ ਪਿਆ ਹੈਗਾ? ਬਿਲਕੁਲ ਹੀ, ਕਿਉਂਕਿ ਦਿੱਲੀ ਜੇ ਆਪਾਂ ਸੋਚੀਏ ਬੈਕ ਟੂ ਨਾਰਮਲ ਸਾਰੇ ਲੋਕੀ ਨੇ, ਕੰਮਕਾਰ ਨੇ ਉਸ ਤਰ੍ਹਾਂ ਚੱਲ ਰਹੇ ਨੇ, ਪਰ ਸਰਕਾਰਾਂ ਨੂੰ ਬਿਲਕੁਲ ਕੋਈ ਵੀ ਇਸ ਅੰਦੋਲਨ ਦੇ ਨਾਲ ਮੈਨੂੰ ਲੱਗ ਰਿਹਾ ਕੋਈ ਫਰਕ ਨਹੀਂ ਪੈ ਰਿਹਾ ਹੈਗਾ। ਕਿਉਂਕਿ ਤੁਸੀਂ ਇਸ ਅੰਦੋਲਨ ਦੇ ਵਿੱਚੋਂ ਤੁਸੀਂ ਮੋਢੀ ਹੈਗੇ ਹੋ, ਕਿਉਂਕਿ ਤੁਸੀਂ ਉਹ ਇੱਕ ਇਨਸਾਨ ਹੈਗੇ ਹੋ ਉਸ ਸਿਖਰਾਂ ਦੇ ਉੱਤੇ ਲੈ ਗਏ ਜਦੋਂ 26 ਜਨਵਰੀ ਨੂੰ ਜਿਹੜਾ ਅੰਦੋਲਨ ਸੀਗਾ ਬਿਲਕੁਲ ਹੀ ਖਤਮ ਹੋ ਗਿਆ ਸੀ। ਲੋਕਾਂ ਦੇ ਜਿਹੜੇ ਨੇ ਦਿਲ ਹੌਸਲੇ ਟੁੱਟ ਗਏ ਸੀਗੇ, ਲੋਕੀ ਵਾਪਸ ਆਪਦੇ ਘਰਾਂ ਨੂੰ ਜਿਹੜੀ ਉਹਨਾਂ ਨੇ ਵਾਪਸੀ ਮੋੜੇ ਪਾਤੇ ਸੀਗੇ। ਪਰ ਤੁਸੀਂ ਉਸ ਰਾਤ ਨੂੰ 12-11 ਵਜੇ ਬੈਠ ਕੇ ਇੱਕ ਮਨ ਭਰੇ ਆਵਾਜ਼ ਦੇ ਨਾਲ ਲੋਕਾਂ ਨੂੰ ਬੇਨਤੀ ਕੀਤੀ, ਅਪੀਲ ਕੀਤੀ। ਅੱਖਾਂ ਦੇ ਵਿੱਚੋਂ ਅੱਥਰੂ ਜਦੋਂ ਤੁਹਾਡੇ ਡਿੱਗੇ ਸੀ, ਲੋਕੀ ਰਾਤਾਂ ਨੂੰ ਫਿਰ ਜਿਹੜਾ ਅੰਦੋਲਨ ਆ ਪੂਰੇ ਜਿੱਦਾਂ 100 ਦੇ ਉੱਤੇ ਪਹੁੰਚ ਗਿਆ, ਪੂਰੇ ਟੌਪ ਦੇ ਉੱਤੇ ਪਹੁੰਚ ਗਿਆ। ਕੀ ਕਹਿਣਾ ਚਾਹੁੰਦੇ ਹੋ? ਪਰ ਅੰਦੋਲਨ ਗਿਰਿਆ ਤੇ ਤੁਸੀਂ ਉਠਾ ਦਿੱਤਾ ਹੈਗਾ, ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹੈਗੇ ਹਾਂ, ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਲੋਕਾਂ ਨੂੰ ਬੇਨਤੀ ਕੀਤੀ, ਤੁਸੀਂ ਜਿਸ ਲਹਿਜੇ ਦੇ ਨਾਲ ਲੋਕਾਂ ਨੂੰ ਪੁਕਾਰ ਕੀਤੀ, ਲੋਕੀ ਤੁਹਾਡੇ ਨਾਲ ਪੂਰਾ ਸਾਥ ਦਿੱਤਾ ਤੇ ਪਰਿਵਾਰਾਂ ਸਮੇਤ ਰਾਤਾਂ ਨੂੰ ਪਹੁੰਚੇ ਨੇ। ਕੀ ਕਹਿਣਾ ਚਾਹੁੰਦੇ ਹੋ? ਲੋਕਾਂ ਦਾ ਧੰਨਵਾਦ ਵੀ ਤੁਸੀਂ ਜ਼ਰੂਰ ਤੁਹਾਡਾ ਕਰਨਾ ਫਰਜ਼ ਬਣਦਾ ਹੈਗਾ ਜੀ। लोगों का धन्यवाद है कि जो जनता की आवाज थी वो हमने दी, जनता ने उस आवाज को सुना और जनता को हताश होने की जरूरत नहीं है, क्योंकि सरकार का है कि आंदोलन को फेल करें, हम उनके झांसे में मत आए। यह आंदोलन उसी तरह का चलता रहेगा जैसे नवंबर से आंदोलन शुरू हुआ, उसी तरह का यह आंदोलन आज भी चलेगा। किसानों के मसले हैं, ग्रामीण लोगों के मसले हैं, गांव के मसले हैं, उस समाधान के लिए यहाँ पे लोग आए। उनको हताश होने की जरूरत नहीं है। ना लीडर पे, जितने भी हमारे लीडर हैं उन पे कोई एलिगेशन है
सरकार उन पे एलिगेशन लगाए, हमारे ऊपर एलिगेशन लगाए, संयुक्त मोर्चे पे एलिगेशन लगाए। उनसे हताश होने की जरूरत नहीं, घबराने की जरूरत नहीं। हमारे मसले ठीक हैं, हम उन्हीं मसलों के लिए आए, और जब तक उन मसलों का समाधान नहीं होगा हम जाएंगे नहीं। बहुत तरह के एलिगेशन लगे, खालिस्तान नहीं बताया, पाकिस्तान नहीं बताया, बाहर की फंडिंग बताई, एक कम्युनिटी का आंदोलन बताया, एक क्षेत्र का आंदोलन बताया, पंजाब का बताया, हरियाणा का बताया, एक बिरादरी का बताया। अब बताया कि कोविड आंदोलन से फैल रहा है, अब ये एक नया एजेंडा चल रहा है। हमारे लोगों को गाली दी जाती है। जो इनका आर्ट जो सेल है उसके माध्यम से जो इनके लोग काम करते हैं, टीवी के ऊपर इनके जो कुछ लोग हैं वे काम करते हैं, जो इनका आईटी सेल है वो अब लोगों को गाली देने पर लगा हुआ है, उनके गलत तरह के वीडियो बनाकर इस पर डालता है। लेकिन उससे आम जनता को हताश होने की जरूरत नहीं है, वो पूर्ण रूप से साथ में खड़ी है। जब तक जनता पूर्ण रूप से साथ में रहेगी, उनके मसलों का समाधान नहीं होगा, तो यहाँ से किसान वापसी नहीं जाएगा। अपने यहाँ पे पक्के मकान बनाने शुरू कर दिए, कंस्ट्रक्शन शुरू कर दी, यहाँ पे शेड डालने शुरू कर दिए, और किसान घबराएगा नहीं। किसान लड़ाई मजबूती से लड़ेगा। जब तक सरकार नहीं बात मानेगी, किसान यहाँ से वापसी जाने वाला नहीं। ਜੀ ਜਿਸ ਹਿਸਾਬ ਨਾਲ ਤੁਸੀਂ ਕਿਹਾ ਪੱਕੇ ਘਰ ਬਣਾਉਣੇ ਸ਼ੁਰੂ ਕਰਤੇ, ਸ਼ੈੱਡ ਬਣਾਉਣੇ ਸ਼ੁਰੂ ਕਰਤੇ, ਪਰ ਕੀ ਸਰਕਾਰ ਨੂੰ ਉਹਦੇ ਨਾਲ ਕੋਈ ਫਰਕ ਪੈ ਰਿਹਾ ਹੈਗਾ? ਜੇ ਤੁਸੀਂ ਇੱਥੇ ਆਲਮੋਸਟ 6 ਮਹੀਨੇ ਹੋ ਗਏ ਨੇ, ਕੀ ਸਰਕਾਰ ਨੂੰ ਉਹਦੇ ਉੱਤੇ ਕੀ ਫਰਕ ਪੈ ਰਿਹਾ ਹੈਗਾ? ਜਾਂ ਤਾਂ ਉਹਨਾਂ ਨੂੰ ਕੋਈ ਦਿੱਲੀ ਨੂੰ ਫਰਕ ਪਵੇ, ਸਰਕਾਰਾਂ ਨੂੰ ਕੋਈ ਇਫੈਕਟ ਹੋਵੇ ਵੀ ਤੁਸੀਂ ਇੱਥੇ ਅੰਦੋਲਨ ਕੋਈ ਰੋਕ ਰਹੇ ਹੋ ਕੁਛ ਨਾ ਕੁਛ, ਸਰਕਾਰਾਂ ਦਾ ਬੈਕ ਟੂ ਨੋਰਮ ਉਸ ਹਿਸਾਬ ਨਾਲ ਚੱਲ ਰਿਹਾ ਹੈਗਾ? ਕਰੋਨਾ ਆ ਗਿਆ, ਕਰੋਨਾ ਕਰਕੇ ਜਿਹੜਾ ਥੋੜ੍ਹਾ ਜਿਹਾ ਲੱਗ ਰਿਹਾ ਹੈਗਾ ਸਾਨੂੰ ਇੱਥੇ ਬੈਠਿਆਂ ਨੂੰ ਵੀ ਥੋੜ੍ਹਾ ਜਿਹਾ ਅੰਦੋਲਨ ਠੰਡਾ ਪਿਆ ਹੋਇਆ ਹੈਗਾ। ਪਰ ਉਹ ਤੋਂ ਵੀ ਆਪਾਂ ਹਟ ਕੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ, ਜਿਹੜੀ ਆਪਾਂ ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ, ਸਰਕਾਰਾਂ ਜਿੰਨੇ ਵੀ ਸਾਰੇ ਤੁਸੀਂ ਆਗੂ ਹੈਗੇ ਹੋ ਜੀ, ਆਪਾਂ ਕਹਿ ਰਹੇ ਸੀ ਸਰਕਾਰਾਂ ਤੁਹਾਡੇ ਕੋਲ ਚੱਲ ਕੇ ਆਉਣਗੀਆਂ, ਪਰ ਹੁਣ ਆਪਾਂ ਉਹ ਸਟੇਜ ਤੇ ਆ ਗਏ ਕਿ ਆਪਾਂ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਆਪਾਂ ਚਿੱਠੀ ਪੱਤਰ ਜਿਹੜਾ ਲਿਖਣਾ ਪੈ ਗਿਆ। ਕੀ ਮੋਦੀ ਸਾਹਿਬ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈਗਾ? ਕਿਉਂ ਪੱਤਰ ਲਿਖਣ ਦੀ ਆਪਾਂ ਨੂੰ ਜ਼ਰੂਰਤ ਪਈ? नहीं, ये एक संयुक्त मोर्चे के ऊपर एक ही एलिगेशन आता था कि प्रधानमंत्री ने ये कहा है कि एक फोन करोगे तो हम बात कर लेंगे, हम एक फोन कॉल की दूरी पे है। वो फोन नंबर तो संयुक्त मोर्चे को मिला नहीं। जब फोन नंबर नहीं मिला तो हमने पत्र लिखा, उनको आगाह कर दिया कि हम बातचीत करना चाहते हैं। तो सरकार की जिम्मेदारी है कि हमको बुला कर बात करें। बातचीत जहां से खत्म हुई, बातचीत वहां से ही शुरू होगी। तो सरकार के पाले में हमने अपनी गेंद डाल दी। सरकार जब बातचीत करना चाहेगी हम बात करेंगे। जी ये तय है कि जब तक बातचीत नहीं होगी किसान घर वापसी नहीं जाएगा। जी ये पूरा तय कर लिया हमने। ਪਰ ਜਿਹੜਾ ਤੁਸੀਂ ਪੱਤਰ ਲਿਖਿਆ ਹੈਗਾ ਰਕੇਸ਼ ਜੀ, ਉਹਦੇ ਵਿੱਚ ਕਿਹੜੇ ਮੁੱਦੇ ਲਿਖੇ ਨੇ, ਕੀ ਕੁਝ ਲਿਖਿਆ ਹੋਇਆ? ਕਿਉਂਕਿ ਆਲਰੇਡੀ ਤੁਸੀਂ ਜਨਤਕ ਵੀ ਕਰ ਦਿੱਤਾ ਹੈਗਾ। उसमें किसान यहाँ पे बैठा हुआ है, किसान बातचीत करना चाहता है तो बात करो आप हमसे, ये उसमें लिखा है। जो मसले होंगे, जो मुद्दे होंगे, मुद्दे तो सबको पता है कि क्या क्या हमारे इशू हैं, सरकार को भी पता है। ਜੀ ਪਰ ਗੱਲ ਕਰੀਏ ਹੁਣ ਜਿਹੜਾ ਦਿੱਲੀ ਦੇ ਵਿੱਚ ਅੰਦੋਲਨ ਚੱਲਦਾ ਹੈ, ਕਿੰਨਾ ਕੁ ਇਕੱਠ ਹੈਗਾ ਉੱਥੇ? ਸਾਡੇ ਕਿੰਨੇ ਕੁ ਜਿਹੜੇ ਕਿਸਾਨ ਨੇ ਉੱਥੇ, ਕਿੰਨਾ ਕੁ ਯੂਥ ਪਹੁੰਚਿਆ ਹੋਇਆ ਹੈਗਾ? नहीं, यहाँ पे काफी लोग हैं और ज्यादा भीड़ हम बुला भी नहीं रहे अभी, क्योंकि ये कोरोना काल चला हुआ है, जो युग है अभी कोरोना का युग है अभी 1 साल से। तो यहाँ पे कम लोग अभी हैं, उतने ही लोग हम बुलवाते हैं जितनों की जरूरत होती है। ज्यादा भीड़ अभी हम मोर्चों पर नहीं कर रहे, क्योंकि गांव के लोग तो फ्री हो गए, अपने कणक निकाल लिए उन्होंने, काम से फ्री है अभी लोग। लेकिन ज्यादा भीड़ की अभी यहाँ पे जरूरत नहीं है, जब भीड़ की जरूरत होगी तो बुला लेंगे। ਜੀ ਪਰ ਗੱਲ ਕਰਦੇ ਹਾਂ ਜਿਹੜੇ, ਕਿਉਂਕਿ ਜਿਹੜੇ ਕਾਨੂੰਨ ਨੇ, ਇਹ 3 ਕਾਨੂੰਨ ਆਏ ਨੇ, ਇਹ ਇਕੱਲੇ ਕਿਸਾਨਾਂ ਵਾਸਤੇ ਨਹੀਂ, ਜਿਹੜੇ ਬਾਕੀ ਬਿਜ਼ਨਸ ਅਦਾਰੇ ਹੈਗੇ ਨੇ, ਸਮਾਲ ਬਿਜ਼ਨਸਮੈਨ ਹੈਗੇ ਨੇ, ਉਹਨਾਂ ਵਾਸਤੇ ਵੀ। ਪਰ ਜਿਹੜੇ ਕਿੰਨੇ ਕੁ ਸਾਥ ਦੇ ਰਹੇ ਨੇ ਤੁਹਾਨੂੰ, ਜਿਹੜੇ ਸਮਾਲ ਬਿਜ਼ਨਸਮੈਨ ਹੈਗੇ ਨੇ ਜਾਂ ਜਿਹੜੇ ਹੋਰ ਲੋਕ ਹੈਗੇ ਨੇ? और लोग भी साथ देंगे, क्योंकि नुकसान तो जो आम जनता है उसका भी होगा। जी
जब ये नमक बड़े बड़े गोदामों के अंदर चला जाएगा तो महंगे रेट में बिकेगा, तो जी ये आम जो जनता होगी उस पर इसका भार पड़ेगा पूर्ण रूप से। तो आम जनता भी साथ में है, वो भी निकल के एक दिन सड़कों के ऊपर आएगी, वो पूर्ण रूप से साथ में है। जो व्यापारी हैं वो भी साथ में आएगा, क्योंकि और नए कानून आएंगे। बाजार लगते थे साप्ताहिक बाजार, नए कानून में साप्ताहिक बाजार भी देश से बंद होंगे। जो सस्ते में माल खरीद कर सस्ते में आम जनता को देते थे वो भी बंद होंगे। वो करीब 4.5 करोड़ लोग हैं। ऐसे ही दूसरे सेक्टर हैं वे बंद होने लग रहे हैं। रेलवेज हैं, वे लोग भी साथ में आएंगे इस आंदोलन के। उनके भी 4.5 लाख कर्मचारी रेलवे से बाहर आने वाले हैं 2022 में। तो बहुत से लोग हैं जो तंग हैं, वे इस आंदोलन के साथ में जुड़े हुए हैं। और पूर्ण रूप से ये आंदोलन वैचारिक आंदोलन है, जो आंदोलन विचार से उत्पन्न हुआ हो, ये वो आंदोलन है। और कोई भी आंदोलन क्रांति जब विचार से उत्पन्न होती है तो वो विचार से पे ही खत्म होगी, वो डंडे लाठी गोली से खत्म नहीं उसको कोई कर सकता। ये वैचारिक क्रांति है, तो वैचारिक क्रांति विचार से ही खत्म होगी। जी जिस हिसाब ਨਾਲ ਤੁਸੀਂ करें हमारे मसलों का समाधान करें। ਜੀ ਰਕੇਸ਼ ਜੀ ਗੱਲ ਹੋਰ ਕਰਦੇ ਹਾਂ। ਜਿਸ ਹਿਸਾਬ ਨਾਲ ਬੰਗਾਲ ਦੇ ਵਿੱਚ ਤੁਸੀਂ ਵੱਡੀ ਪੱਧਰ ਦੇ ਵਿੱਚ ਪਹੁੰਚੇ ਹੋ, ਉੱਥੇ ਭਾਜਪਾ ਨੂੰ ਕਾਫੀ ਵੱਡੀ ਪੱਧਰ ਦੇ ਵਿੱਚ ਜਿਹੜੀ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਉੱਤਰਾਖੰਡ ਤੇ ਯੂਪੀ ਦੇ ਵਿੱਚ ਜਿਹੜੀਆਂ ਮੁਰਕੇ ਇਲੈਕਸ਼ਨਾਂ ਆ ਰਹੀਆਂ ਨੇ, ਅਗਰ ਨਹੀਂ ਇਹ ਮੰਨਦੇ ਹੈਗੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉੱਥੇ ਵੀ ਜ਼ਰੂਰ ਫਿਰ ਤੁਸੀਂ ਪਹੁੰਚेंगे ਉੱਤਰਾਖੰਡ ਤੇ ਯੂਪੀ ਦੇ ਵਿੱਚ? और कहाँ जाएंगे, हमें काम क्या है संयुक्त मोर्चे को? जी अगला टारगेट हमारा यूपी उत्तराखंड ही है। हमारी बात नहीं करेंगे तो हम वहां पर जाएंगे। होल्ड रखिए जी जी जी। हमारा जो इशू है उस पर बातचीत करेंगे। हमारे भुगतान है गन्ने के, वो नहीं, वो उस पर बात करेंगे। आलू का नुकसान हुआ उसकी बात करेंगे। बिजली के रेट सबसे ज्यादा हैं उसकी बात करेंगे। दिल्ली में आंदोलन चल रहा है, हम इसकी बात करेंगे। तो जाएंगे हम उत्तर प्रदेश में भी जाएंगे। अगर हमारे मसलों का समाधान नहीं होगा तो हम जाएंगे, पूरे देश भर में जाएंगे। जी बहुत ही वधिया, बहुत ਤੁਸੀਂ ਹਾਰਡ ਮਿਹਨਤ ਕਰ ਰਹੇ ਹੋ। ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਰਕੇਸ਼ ਜੀ ਆਪਾਂ ਇੱਕ ਦੋ ਹੀ ਕਾਲਾਂ ਲਵਾਂਗੇ, ਸਾਨੂੰ ਸਮਾਂ ਵੀ ਅਲਾਉ ਨਹੀਂ ਕਰਦਾ। ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਔਨ 에ਅਰ ਹੋ ਜੀ। ਹੈਲੋ ਜੀ ਸਤਿ ਸ਼੍ਰੀ ਅਕਾਲ। 0222 ਜੀ। हेलो सत श्री अकाल टकैत साहब जी जी सत श्री अकाल जी महाराज। जी जी कह रही हूँ जी। हाँ जी टकैत साहब जी, थोड़ा बहुत धन्यवाद करते हैं जी। तुसीं भी जो ਉਹਨੂੰ ਆਪਣੇ ਕਿਸਾਨ ਅੰਦੋਲਨ ਨੂੰ ਲੀਹਾਂ ਦੇ ਸਿਰ ਤੇ ਲੈ ਕੇ ਆਉਂਦਾ ਸੀ, ਥੋੜਾ ਦੇਣ ਨਹੀਂ ਦੇ ਸਕਦੇ ਜੀ, ਤਾਂ ਬਸ ਥੋੜਾ ਬਹੁਤ ਥੈਂਕ ਯੂ ਕਰ ਸਕਦੇ। परमात्मा जी ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। जी धन्यवाद जी। चलो धन्यवाद जी, आपका सबका धन्यवाद। जी रकेश जी भाई खुश रहो, आप वहाँ पे हो, जिस कंट्री में हो वहाँ पे आप खुश रहो। यहाँ की चिंता मत करो, यहाँ पे कमजोर किसान नहीं है, यहाँ पे लड़ाई लड़ी जा रही है। हाँ कोई दिक्कत नहीं है। हाँ जी पर ਤੁਹਾਨੂੰ ਸਲੂਟ ਜ਼ਰੂਰ ਬਣਦਾ ਰਕੇਸ਼ ਜੀ। ਪਰ ਜ਼ਰੂਰ ਲੋਕਾਂ ਦੇ ਉਸ 26 ਜਨਵਰੀ ਨੂੰ ਜੋ ਕੁਛ ਪੁਲਿਸ ਨੇ ਦਿੱਲੀ ਦੇ ਵਿੱਚ ਕੀਤਾ ਹੈਗਾ, ਲੋਕਾਂ ਨੂੰ ਫੜਫੜਾਈ ਕੀਤੀ, ਗੋਲੀਆਂ ਵੀ ਚਲਾਈਆਂ, ਡੰਡੇ ਵੀ ਮਾਰੇ, ਟਰੈਕਟਰ ਵੀ ਭੰਨੇ, ਕਾਰਾਂ ਲੋਕਾਂ ਦੀਆਂ ਭੰਨੀਆਂ, ਨਜਾਇਜ਼ ਔਰ ਕਾਫੀ ਜ਼ਿਆਦਾ ਜਿਹੜੀ ਭੰਨਤੋੜ ਹੋਈ ਆ। ਪਰ ਜਿਹੜਾ ਅੰਦੋਲਨ ਕਾਫੀ ਜ਼ਿਆਦਾ ਲੋਕਾਂ ਨੂੰ ਠੇਸ ਪਹੁੰਚੀ ਸੀ, ਲੋਕਾਂ ਦੇ ਜਿਹੜੇ ਹੌਸਲੇ ਟੁੱਟ ਗਏ ਸੀ। ਪਰ ਤੁਸੀਂ ਇੱਕ ਵਾਰੀ ਫੇਰ ਜਿਹੜਾ ਪੂਰਾ ਬੁਲੰਦੀ ਦੇ ਉੱਤੇ ਲੈ ਕੇ ਹੈਗੇ ਹੋ, ਤੁਹਾਨੂੰ ਸਲੂਟ ਸਾਡਾ ਦੇਣਾ ਫਰਜ਼ ਬਣਦਾ ਜੀ। ਆਪਾਂ ਗੱਲਬਾਤ ਕਰਾਂਗੇ, ਪਰ ਆਉਣ ਵਾਲੇ ਤੁਹਾਡੇ ਕੀ ਏਜੰਡੇ ਨੇ? ਅਗਰ ਜੇ ਸਰਕਾਰ ਨਹੀਂ ਮੰਨਦੀ, ਕਿੰਨਾ ਟਾਈਮ ਬੈਠਣਾ ਪਊਗਾ ਇੱਥੇ? ਕਿਉਂਕਿ ਸਿਖਰਾਂ ਦੀ ਇਸ ਟਾਈਮ ਦਿੱਲੀ ਦੇ ਵਿੱਚ, ਭਾਰਤ ਦੇ ਵਿੱਚ ਗਰਮੀ ਪੈ ਰਹੀ ਆ। ਜਿਹੜੇ ਸਾਡੇ ਬੱਚੇ ਨੇ, ਸਾਡੀਆਂ ਭੈਣਾਂ ਮਾਤਾਵਾਂ, ਬੜਾ ਔਖਾ ਉਹਨਾਂ ਨੂੰ ਹੈਗਾ ਉੱਥੇ ਬੈਠਣਾ। ਪਰ ਆਉਣ ਵਾਲਾ ਜਿਹੜਾ ਪਲੈਨਿੰਗ ਦੱਸੋ ਸਾਡੇ ਦਰਸ਼ਕਾਂ ਨੂੰ ਵੀ। ਅਗਰ ਜੇ ਮੋਦੀ ਸਰਕਾਰ ਨਹੀਂ ਮੰਨਦੀ, ਭਾਜਪਾ ਸਰਕਾਰ ਨਹੀਂ ਮੰਨਦੀ ਹੈਗੀ, ਤਾਂ ਤੁਸੀਂ ਕੀ ਲੋਕਾਂ ਦੇ ਨਾਲ ਕੀ ਕਰੋਗੇ? ਸਰਕਾਰ ਦੇ ਨਾਲ ਕਿੱਦਾਂ ਮੁਕਾਬਲਾ ਕਰੋਗੇ ਸਰਕਾਰ ਦੇ ਨਾਲ? ਇਹ ਜ਼ਰੂਰ ਸਭ ਨੂੰ ਇੱਕ ਦਿਮਾਗ ਦੇ ਵਿੱਚ ਜਿਹੜਾ ਲੋਕਾਂ ਦੇ ਆ ਰਿਹਾ ਹੈਗਾ। हम यहाँ से नहीं जाएंगे जी, हमारा कोई प्रोग्राम यहाँ से जाने का नहीं है जी। देश का किसान हार के दिल्ली से नहीं जाएगा। गुरु गोविंद सिंह की फौजें हैं, वो हार के नहीं जाएगी, जीत कर जाएगी। ये किसान जीत कर जाएगा दिल्ली से। जिन हकों के लिए आया है वे अपने हक हकूक जो
जो हमारे हैं उनके साथ में जाएगा, जीत कर जाएगा यहाँ से, ऐ नहीं जाना वापसी। जी बहुत ही बढ़िया। पर ਜਿਹੜੇ ਹੁਣ 2024 तक भी बैठना पड़ेगा जी 2024 तक भी बैठना पड़ेगा, तो 2024 तक किसान यहाँ पे बैठेगा। ਜੀ ਬਹੁਤ ਹੀ ਵਧੀਆ ਗੱਲ ਹੈਗੀ, ਬੈਠੋ। ਪਰ ਨਾਲ ਕੁਝ ਸਰਕਾਰਾਂ ਨੂੰ ਜ਼ਰੂਰ ਇਹਨਾਂ ਦੇ ਜਿਹੜੇ ਕੰਨ ਹੋਣੇ ਚਾਹੀਦੇ ਨੇ, ਪਤਾ ਲੱਗੇ ਵੀ ਜਿਹੜਾ ਕਿਸਾਨ ਇੱਥੇ ਬੈਠਾ ਹੈਗਾ, ਕਦੇ ਸਰਕਾਰਾਂ ਜਿਹੜਾ ਸਾਡਾ ਗੋਦੀ ਮੀਡੀਆ ਹੈਗਾ ਜੀ, ਇਹਨਾਂ ਨੂੰ ਬਾਹਰੋਂ ਫੰਡਿੰਗ ਆ ਰਹੀ ਹੈਗੀ ਆ, ਇਹ ਖਾਲਿਸਤਾਨੀ ਨੇ, ਜਿਸ ਹਿਸਾਬ ਨਾਲ ਤੁਸੀਂ ਆਲਰੇਡੀ ਪਹਿਲਾਂ ਮੈਂਸ਼ਨ ਕਰ ਦਿੱਤਾ। ਪਰ ਹੁਣ ਸਰਕਾਰਾਂ ਕਿਉਂ ਨਹੀਂ ਉਹ ਗੋਦੀ ਮੀਡੀਆ ਬੋਲ ਰਿਹਾ ਹੈਗਾ? ਦਿੱਲੀ ਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਵਿੱਚ ਜਾਂ ਜਿਹੜੀਆਂ ਹੋਰ ਸੰਸਥਾਵਾਂ ਨੇ ਜਿਹੜੀਆਂ ਆਕਸੀਜਨ ਦਾ ਲੰਗਰ ਲਗਾਇਆ ਹੋਇਆ, ਇੱਕ ਪਹਿਲੀ ਹਿਸਟਰੀ ਹੈਗੀ ਆ, ਹੁਣ ਕਿਉਂ ਨਹੀਂ ਉਸ ਗੋਦੀ ਮੀਡੀਆ ਦੇ ਮੂੰਹ ਦੇ ਉੱਤੇ ਇੱਕ ਟੇਪ ਲੱਗੀ, ਕਿਉਂ ਚੁੱਪ ਵੱਟੀ ਹੋਈ ਆ? अब वो नहीं बोलते क्योंकि कैमरा और कलम पे बंदूक का पहरा है। यहाँ जो बोल देगा उसके खिलाफ मुकदमे दर्ज होगा, वो जेल जाना पड़ेगा जी। तो जेल से तो सबको डर लगता है, जी मीडिया वाले कहाँ मुकाबला कर लेंगे सरकार का। ਜੀ ਪਰ ਰਕੇਸ਼ ਜੀ, ਆਪਾਂ ਇੱਥੇ ਚਲੋ ਇਸ ਮੁਲਕਾਂ ਦੇ ਵਿੱਚ ਬੈਠੇ ਆ, ਫਰੀडम ਆ, ਤੁਸੀਂ ਭਾਵੇਂ ਕੋਈ ਵੀ ਸਰਕਾਰ ਹੈਗੀ, ਕੋਈ ਵੀ ਤੁਸੀਂ ਜਿਹੜੀ ਗੱਲਬਾਤ ਆ ਦਿਲ ਖੋਲ ਕੇ ਹਮੇਸ਼ਾ ਇਸ ਪਲੇਟਫਾਰਮ ਦੇ ਉੱਤੇ ਅਸੀਂ ਨਾ ਕਿਸੇ ਭਾਵੇਂ ਕੋਈ ਸਰਕਾਰ ਆ ਨਾ ਕਿਸੇ ਇਨਸਾਨ ਤੋਂ ਡਰਿਆ ਨਾ ਡਰਾਂਗੇ। ਹਮੇਸ਼ਾ ਸਾਡਾ ਜਿਹੜਾ ਸਿਰ ਉਸ ਪਰਮਾਤਮਾ ਅੱਗੇ ਕਾਲ ਪੁਰਖ ਅੱਗੇ ਹੀ ਝੁਕਦਾ ਹੈਗਾ, ਕਿਉਂਕਿ ਜਦੋਂ ਅਸੀਂ ਇਸ ਚੇਅਰ ਦੇ ਉੱਤੇ ਬੈਠ ਜਾਂਦੇ ਆ, ਕੋਈ ਪਾਰਟੀ ਆ, ਭਾਵੇਂ ਕੋਈ ਅਕਾਲੀ ਆ, ਕਾਂਗਰਸ ਆ, ਭਾਜਪਾ ਜਾਂ ABC ਕੋਈ ਵੀ ਪਾਰਟੀ ਹੈਗੀ ਆ, ਜੋ ਸਪਸ਼ਟ ਜਿਹੜੇ ਨਿਊਜ਼ ਹੁੰਦੀ ਹੈਗੀ ਆ, ਉਹ ਅਸੀਂ ਦਰਸ਼ਕਾਂ ਦੇ ਨਾਲ ਜਿਹੜੀ ਸਾਂਝ ਪਾਉਂਦੇ ਹੈਗੇ ਆ। ਤੇ ਪਰ ਗੱਲ ਕਰਦੇ ਆ 470 ਬੰਦਿਆਂ ਦੀ ਜਿਹੜੀਆਂ ਦਿੱਲੀ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਮੌਤਾਂ ਹੋ ਗਈਆਂ ਨੇ, ਸ਼ਹੀਦ ਹੋ ਗਏ ਨੇ, ਪਰ ਸਰਕਾਰਾਂ ਨੇ ਕੋਈ ਫੰਡਿੰਗ ਵਗੈਰਾ ਜਾਂ ਸਰਕਾਰ ਦਾ ਕੋਈ ਬਿਆਨ ਆਇਆ ਹੋਵੇ? ਕੀ ਕਹਿਣਾ ਚਾਹੁੰਦੇ ਹੋ? अभी कोई बयान नहीं आया, और सरकार को बहुत कहा कि एक संवेदनशील सरकार की तरह एक संवेदना जरूर उन जो किसान जो शहीद हुए हैं उनके प्रति सरकार की होनी चाहिए थी, लेकिन वो नहीं हुई। जब बातचीत होगी तो ये भी एक बातचीत का हिस्सा होगा जी। किसानों के लिए सरकार मौन धारण करेगी और ये कहेगी कि हाँ हमारे से गलती हुई उस टाइम पे, तो ये सरकार को एक दिन कहना पड़ेगा उन किसानों के लिए, उन परिवारों के लिए जिन्होंने यहाँ पे शहादत दी, उन परिवारों के लिए सरकार की संवेदनाशीलता जरूर एक दिन आएगी। वो भी दिन आएगा, लेकिन अभी उसमें टाइम लगेगा। जब पूरे मोर्चेबंदी की बातचीत हो, हमारा हिस्सा उसमें बातचीत का हिस्सा ये रहेगा। ਜੀ ਜੀ ਰਕੇਸ਼ ਜੀ, ਆਪਾਂ ਇੱਕ ਹੋਰ ਜਿਹੜਾ ਪੁਆਇੰਟ ਹੈਗਾ, ਜਦੋਂ ਉਸ ਟਾਈਮ 26 ਜਨਵਰੀ ਤਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਦੇ ਵਿੱਚ ਅੱਜ ਤੱਕ ਆਪਾਂ ਜਿਹੜੇ ਝੂਠੇ ਪਰਚੇ ਪਾਏ ਗਏ ਨੇ, ਸਾਰੇ ਜਿੰਨੇ ਵੀ ਇਸ ਅੰਦੋਲਨ ਦੇ ਵਿੱਚ ਪਹੁੰਚੇ ਸੀ, ਕੀ ਹੁਣ ਤੁਸੀਂ ਉਹਦੇ ਉੱਤੇ ਕੀ ਪਹਿਰਾ ਦੇ ਰਹੇ ਹੈਗੇ ਹੋ? ਕੀ ਵਾਪਸ ਆ ਗਏ ਨੇ ਸਾਰੇ ਜਿਨ੍ਹਾਂ ਦੇ ਝੂਠੇ ਪਰਚੇ ਪਾਏ ਗਏ ਸੀ? ਤੁਸੀਂ ਉਹਦੇ ਉੱਤੇ ਕੀ ਕੰਮ ਕਰ ਰਹੇ ਹੋ ਇਸ ਟਾइम? देखो, जब सरकार से आंदोलन चलता है जी तो इस तरह के प्रेशर में सरकार लेने का काम करती है। जिसपे पर्चे दाखिल हुए हैं वो एक आंदोलन का हिस्सा है। जी जब सरकार से बातचीत होगी तो ये भी एक पॉइंट हमारा रहता है कि जो मुकदमे दर्ज हुए हैं वे मुकदमे पूर्ण रूप से खारिज, तो आंदोलन की शुरुआत में ये होते हैं, और ये जो मुकदमे पर्चे ਜੀ ਜੀ ਅਸੀਂ ਸਾਡੇ ਸੀਨੀਅਰ ਪੱਤਰਕਾਰ ਕਰਨਜੀਤ ਸਿੰਘ ਰਵਾਣਾ ਸਾਡੇ ਨਾਲ ਉਹ ਜੀ ਲਾਈਨ ਡ੍ਰੌਪ ਹੋ ਗਈ ਹੈ ਜੀ। ਗੱਲ ਕਰਦੇ ਹੈਗੇ ਜੀ, ਜਿਸ ਹਿਸਾਬ ਨਾਲ ਤੁਸੀਂ ਕਿਹਾ ਜੀ ਝੂਠੇ ਪਰਚੇ ਨੇ ਜਿਹੜੇ ਆਲਰੇਡੀ ਤੁਸੀਂ ਉਹਦੇ ਉੱਤੇ ਕੰਮ ਕਰ ਰਹੇ ਹੈਗੇ ਹੋ, ਪਰ ਨਾਲ ਜਿਹੜੀ ਖੱਟੜ ਸਰਕਾਰ ਹੈਗੀ ਆ ਉਹ ਕੀ ਕਾਫੀਆਂ ਦੇ ਕਈਆਂ ਦੇ ਝੂਠੇ ਪਰਚੇ ਪਾਏ ਗਏ ਸੀ, ਪਰ ਕੀ ਕਿਸਾਨਾਂ ਦੇ ਨਾਲ ਸਾਥ ਦੇ ਰਹੀ ਹੈ ਇਸ ਟਾਈਮ, ਜਾਂ ਕਿ ਕਿਸਾਨਾਂ ਦੇ ਉੱਤੇ ਫੇਰ ਜਿਹੜਾ ਦਬਦਬਾ ਬਣਾ ਰਹੀ ਹੈਗੀ ਆ? नहीं, कोई साथ नहीं दे रही। जो बीजेपी राज्य सरकारें हैं तो कोई साथ किसान का नहीं, वो किसानों के ऊपर एलिगेशन लगाते हैं, झूठे पर्चे दाखिल करते हैं, तो ये सारा काम सरकारें करती हैं, तो कोई साथ सरकारें नहीं दे रही हमारे। पर गल करिए ਜਿਹੜੀਆਂ ਆਉਣ ਵਾਲੀਆਂ 22 ਦੇ ਵਿੱਚ ਇਲੈਕਸ਼ਨਾਂ ਨੇ ਜਾਂ 24 ਦੇ ਵਿੱਚ ਇਲੈਕਸ਼ਨਾਂ ਹੈਗੀਆਂ ਨੇ, ਪਰ ਲੋਕਾਂ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦਾ ਵਿਰੋਧ ਹੋ ਰਿਹਾ ਹੈਗਾ। ਭਾਜਪਾ ਨੂੰ ਜਿਹੜੀਆਂ ਕਾਫੀ ਲਾਹਨਤਾਂ ਪੈ ਰਹੀਆਂ ਨੇ, ਲੋਕੀ ਪਿੰਡਾਂ ਦੇ ਵਿੱਚੋਂ ਭਜਾ ਰਹੇ ਨੇ। ਕੀ
ਇਹਨਾਂ ਨੂੰ ਡਰ ਨਹੀਂ ਲੱਗਦਾ ਹੈਗਾ ਜਿਹੜੀਆਂ ਆਉਣ ਵਾਲੀ ਇਲੈਕਸ਼ਨਾਂ ਹੋਣਗੀਆਂ, ਜੇ ਅਸੀਂ ਇਸ ਹਿਸਾਬ ਦੇ ਨਾਲ ਜਿਹੜੇ ਇਸ ਮੁੱਦੇ ਨਾ ਵਾਪਸ ਕੀਤੇ, ਨਾ ਇਹਨਾਂ ਦੇ ਉੱਤੇ ਅਸੀਂ ਮੰਨੇ, ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਊ। ਉਸ ਤੋਂ ਪਹਿਲਾਂ ਜੀ ਆਪਾਂ ਇੱਕ ਕਾਲ ਲੈ ਲਈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਟਕੈਰ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਹਾਂਜੀ, ਵੀ ਸਤਿ ਸ਼੍ਰੀ ਅਕਾਲ ਜੀ। ਸਾਥ ਦਿੱਤਾ, ਜਿਨ੍ਹਾਂ ਦੀ ਆਪਣੀ ਸਪੋਰਟ ਕੀਤੀ, ਉਹਨਾਂ ਕਰਕੇ ਇੱਕ ਦੁਬਾਰਾ ਲਹਿਰ ਉੱਠੀ ਸੀ, ਉਹਦੇ ਕਰਕੇ ਉਹਨਾਂ ਦਾ ਬਹੁਤ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਵੀ ਛੇਤੀ ਇਸ ਮਸਲੇ ਦਾ ਹੱਲ ਹੋਵੇ, ਕਿਉਂਕਿ ਇੰਨਾ ਮੀਂਹ ਵੀ ਆਇਆ, ਇੰਨਾ ਕੁਝ ਹੋ ਰਿਹਾ ਨਾ, ਉੱਤੇ ਆਪਣੇ ਧਰਨੇ ਤੇ ਫੇਰ ਵੀ ਆਪਣੇ ਕਿਸਾਨ ਭਾਈ ਡਟੇ ਹੋਏ ਨੇ, ਕਿਸੇ ਚੀਜ਼ ਦੀ ਪਰਵਾਹ ਨਹੀਂ ਕਰ ਰਹੇ ਤੇ ਸਾਰਿਆਂ ਦਾ ਸਾਥ ਕਰਕੇ ਡਟੇ ਹੋਏ, ਤਾਂ ਆਪਾਂ ਨੂੰ ਸਾਥ ਬਣਾ ਕੇ ਰੱਖਣਾ ਪੈਣਾ ਉਹਨਾਂ ਦਾ। ਜੀ ਸਾਨੂੰ ਅਪੀਲ ਵੀ ਇਹੀ ਆ ਵੀ ਸਾਰੇ ਸਾਥ ਬਣਾ ਕੇ ਰੱਖਣ, ਜਿੰਨਾ ਹੋ ਸਕੇ ਆਪਾਂ ਤੋਂ ਇੱਥੇ ਬੈਠੇ ਜਿੰਨਾ ਕਰ ਸਕਦੇ ਆਪਾਂ ਨੂੰ ਕਰਨਾ ਚਾਹੀਦਾ। ਜੀ ਜ਼ਰੂਰ ਜੀ। ਥੈਂਕ ਯੂ ਵੀਰ ਜੀ, ਧੰਨਵਾਦ ਜੀ। ਜ਼ਰੂਰ ਜੀ। ਰਕੇਸ਼ ਜੀ ਤੁਹਾਨੂੰ ਮਤਲਬ ਸਾਰੇ ਸਲੂਟ ਕਰਦੇ ਨੇ ਜੀ, ਬਹੁਤ ਹੀ ਵਧੀਆ ਤੁਸੀਂ ਜਿਹੜਾ ਉਹ ਭੂਮਿਕਾ ਨਿਭਾਈ ਹੈਗੀ ਆ। ਤੇ ਬਾਕੀ ਜਿੰਨਾ ਵੀ ਸਾਡਾ ਕਿਸਾਨ ਭਾਈਚਾਰਾ, ਕੋਈ ਵੀ ਭਾਈਚਾਰਾ ਜਿਹੜਾ ਇਸ ਅੰਦੋਲਨ ਦਾ ਹਿੱਸਾ ਬਣਿਆ ਹੈਗਾ, ਬੜਾ ਔਖੇ ਨੇ ਜਿਹੜੇ ਅੰਦੋਲਨ ਕਰਨੇ, ਸ਼ੁਰੂ ਕਰਨੇ ਸੌਖੇ ਹੋ ਜਾਂਦੇ ਨੇ, ਪਰ ਜਦੋਂ ਇਹਨਾਂ ਨੂੰ ਸਿਖਰਾਂ ਦੇ ਉੱਤੇ ਲੈ ਕੇ ਜਾਣਾ, ਇਹਨਾਂ ਨੂੰ ਚਲਾਉਣਾ ਬੜਾ ਔਖਾ ਹੁੰਦਾ ਹੈਗਾ। ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਝੱਖੜ ਝੁੱਲੇ, ਮੀਂਹ, ਠੰਡ ਪਈ ਹੈਗੀ ਆ ਪਿਛਲੇ ਦਸੰਬਰ ਜਨਵਰੀ ਦੇ ਵਿੱਚ, ਜਿਹੜੇ ਸਾਡੇ ਕਿਸਾਨ ਸੀ ਕਿੰਨੀਆਂ ਜ਼ਿਆਦਾ ਸ਼ਹੀਦ ਹੋਏ ਨੇ, ਤੇ ਹੁਣ ਗਰਮੀ ਪੈ ਰਹੀ ਆ, ਲੋਹੜੇ ਦੀ ਇੱਥੇ ਗਰਮੀ, ਮੱਛਰ ਵਗੈਰਾ ਸਭ ਨੂੰ ਪਤਾ ਦਿੱਲੀ ਦੇ ਵਿੱਚ ਕੀ ਹਾਲ ਹੁੰਦਾ ਹੈਗਾ। ਪਰ ਸਾਡੇ ਜਿਹੜਾ ਇੱਕ ਯੂਥ ਬੈਠਾ ਇੱਥੇ, ਸਾਡੇ ਬਜ਼ੁਰਗ, ਸਾਡੀਆਂ ਭੈਣਾਂ ਮਾਤਾਵਾਂ ਬੈਠੀਆਂ ਨੇ, ਇੱਕ ਜਜ਼ਬਾ ਲੈ ਕੇ ਬੈਠੀਆਂ ਨੇ, ਇੱਕ ਆਸ ਦੇ ਨਾਲ ਬੈਠੇ ਨੇ ਇੱਥੇ, ਇੱਕ ਵੀ ਆਉਣ ਵਾਲੇ ਆਸ ਦੀ ਕਿਰਨ ਲੈ ਕੇ ਬੈਠੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਜਿਹੜੀ ਜਿੱਤ ਪ੍ਰਾਪਤ ਕਰਕੇ ਜਾਵਾਂਗੇ। ਸਾਡੇ ਅਖੀਰ ਦੇ ਵਿੱਚ ਰਕੇਸ਼ ਜੀ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕੀ ਮੈसेज देना चाहते हो जी? मैसेज ये है कि हिंदुस्तान का किसान मजबूत है बहुत, और वो गर्मी, सर्दी, बरसात सब उसके गांव में होती है ये जी। तो ये 12 तरह का मौसम देखता है हिंदुस्तान का किसान जी, तो उसको कोई फर्क नहीं पड़ता, वो उसी तरह का अरेंजमेंट कर लेता है, और इनसे वो घबराने वाला नहीं है। हर मौसम में वो उसका मुकाबला करता है, अपने का करता है, तो यहाँ पे भी मुकाबला करेगा जी। तो उसमें बाहर जो आप लोग बैठे हैं, बाहर हैं, आप घबराओ मत, किसान यहाँ से बगैर इसके जाएगा नहीं। यहाँ पे बैठे हैं जो हमारे बुजुर्गवार बैठे हैं, सब एक दूसरे के साथ रहते हैं, किसी को कोई जरूरत होती है तो एक दूसरे के उसकी मदद करते हैं। यहाँ किसी चीज की कोई कमी, लंगर भंडारे पूरे अपने चल रहे हैं, अपने बाबे आ रहे हैं, अब से यहाँ से भोजन चीज है, लस्सी गाँव साथ है, आटा दाल से आंदोलन है, ठीक है। तो ये आंदोलन नहीं होगा जब तक बातचीत नहीं करेगी, हमारे जो सवाल है उसका जवाब नहीं देगी, ये आंदोलन खत्म होने वाला नहीं है। जी जी रकेश जी, यहाँ के लोग मजबूत है पूर्ण रूप से, कोई दिक्कत यहाँ पर नहीं। जी बहुत ही धन्यवाद रकेश जी, साडा मकसद यही हुंदा जी। उस तो पहला आपां एक होर कॉल ले ली जी। सत श्री अकाल जी। जी सत श्री अकाल। हाँ जी, टकैर साहब नूं सत श्री अकाल जी। जी सत श्री अकाल जी। हाँ जी, जो भी किसानों ਲਈ ਉਪਰਾਲਾ ਕੀਤਾ ਟਕੈਰ ਸਾਹਿਬ ਨੇ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਇਹ ਬਹੁਤ ਵਧੀਆ ਹੌਸਲਾ ਬਣਾ ਕੇ ਰੱਖਿਆ ਹੋਇਆ, ਤੇ ਰੱਬ ਅੱਗੇ ਅਰਦਾਸ ਕਰਦੇ ਹਾਂ ਤੇ ਇਦਾਂ ਹੀ ਆਪਾਂ ਮੋਰਚਾ ਚੜ੍ਹਦੀ ਕਲਾ 'ਚ ਰਵੇ ਤੇ ਜਿੱਤ ਕੇ ਘਰ ਨੂੰ ਮੁੜੀਏ। ਤੇ ਧੰਨਵਾਦ ਹੀ ਕਰਨਾ ਚਾਹੁੰਦੇ जी। थैंक यू, धन्यवाद वीर जी, बहुत बहुत धन्यवाद जी, थैंक यू जी। जी रकेश जी देखो, भावें ਅਸੀਂ 7 ਸਮੁੰਦਰ ਪਾਰ ਬੈਠੇ ਹਾਂ, ਇਸ ਮੁਲਕਾਂ ਦੇ ਵਿੱਚ ਬੈਠੇ ਹੈਗੇ ਹਾਂ, ਪਰ ਫਿਰ ਵੀ ਸਾਨੂੰ ਉਸ ਧਰਤੀ ਦੇ ਨਾਲ, ਉਸ ਮਿੱਟੀ ਦੇ ਨਾਲ ਸਾਡਾ ਮੋਹ ਪਿਆਰ ਹੈਗਾ, ਸਾਡੀਆਂ ਜ਼ਮੀਨਾਂ ਦੇ ਨਾਲ ਸਾਡਾ ਪਿਆਰ ਆ, ਕਿਉਂਕਿ ਅਸੀਂ ਉਸ ਮਿੱਟੀ ਦੇ ਵਿੱਚੋਂ ਪਲ ਕੇ ਵੱਡੇ ਹੋਏ ਹਾਂ, ਉਸ ਦੇ ਨਾਲ ਮਿੱਟੀ ਦੇ ਵਿੱਚ ਖੇਡੇ ਹੈਗੇ ਹਾਂ। ਕੀ ਮਜਾਲ ਆ ਕਿ ਮਿੱਟੀ ਦੇ ਉੱਤੇ, ਉਸ ਧਰਤੀ ਦੇ ਉੱਤੇ ਕੋਈ ਹੋਰ ਕਬਜ਼ਾ ਕਰ ਜੂਗਾ। ਪਰ ਜਿਹੜੇ ਸਾਡੀਆਂ ਪਾਰਟੀਆਂ ਨੇ, ਸਾਡੇ ਜਿਹੜੇ ਬਿਜ਼ਨਸਮੈਨ ਹੈਗੇ ਨੇ, ਜਿਹੜੇ ਆਪਣੇ ਜਿਹੜੇ ਮਤਲਬ ਇਸ ਨੂੰ ਹੜੱਪਣਾ ਚਾਹੁੰਦੇ ਨੇ, ਗੱਲ ਕਰੀਏ ਅਵਾਨੀ ਡਾਨੀ ਉਹਨਾਂ ਦੇ ਉੱਤੇ, ਇਹਨਾਂ ਦੀ ਪੰਜਾਬ ਦੇ ਉੱਤੇ, ਜਾਂ ਕਿਉਂਕਿ ਪੂਰੇ ਭਾਰਤ ਦੇ ਵਿੱਚ ਜੇ ਆਪਾਂ ਵਧੀਆ ਲੈਂਡ ਹੈਗੀ ਆ ਹਰਿਆਣਾ ਤੇ ਪੰਜਾਬ ਦੇ ਵਿੱਚ ਹੀ, ਇੱਕ ਆਰਗੈਨਿਕ ਖੇਤੀ, ਇੱਕ ਵਧੀਆ ਪੱਧਰੀ ਜ਼ਮੀਨ ਹੈਗੀ ਇੱਥੇ ਜ਼ਿਆਦਾ, ਕਿਉਂਕਿ ਉਹਨਾਂ ਦੀ ਇਸ ਦੋਨੇ ਸੂਬਿਆਂ ਦੇ ਉੱਤੇ ਜਿਹੜੀ ਅੱਖ ਹੈਗੀ ਆ। ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ, ਕਿਸਾਨ ਤਾਂ ਇੱਕ ਬੰਨੇ ਪਿੱਛੇ ਇੱਕ
ਮਤਲਬ ਜੀ ਬੱਟ ਪਿੱਛੇ ਇਹਨਾਂ ਦੀ ਲੜਾਈ ਹੋ ਜਾਂਦੀ ਹੈਗੀ ਆ, ਬੰਦੇ ਦੀ ਬੰਦਾ ਮਾਰ ਦਿੰਦੇ ਨੇ। ਪਰ ਇਹ ਕਿਹੜੇ ਹਿਸਾਬ ਦੇ ਨਾਲ ਇਹਨਾਂ ਨੂੰ ਇਹ ਨਹੀਂ ਪਤਾ, ਜਿਸ ਹਿਸਾਬ ਨਾਲ 1900 ਆਈ ਥਿੰਕਸ ਮੇਬੀ 4 ਜਾਂ 7 ਦੇ ਵਿੱਚ ਜਿਹੜਾ ਇਹ ਮੁੱਦਾ ਆਇਆ ਸੀ, ਪਰ ਉਹ ਫਿਰ ਉਸ ਨੂੰ ਦਬਾ ਦਿੱਤਾ ਗਿਆ। ਪਰ ਹੁਣ ਸਾਡੇ ਮੋਦੀ ਸਾਹਿਬ ਨੇ ਫਿਰ ਇਸ ਮੁੱਦੇ ਨੂੰ ਉਠਾਇਆ, ਇਸ ਜਿਹੜੇ 3 ਕਾਨੂੰਨ ਸੀ ਇਹਨਾਂ ਨੂੰ ਫਿਰ ਉਠਾਇਆ। ਪਰ ਲੱਗਦਾ ਤੁਹਾਨੂੰ ਆਉਣ ਵਾਲੇ ਸਮਾਂ ਦੇ ਵਿੱਚ ਇਹ ਕਾਮਯਾਬ ਹੋਣਗੇ ਜਾਂ ਕਿ ਫੇਲ ਹੋਣਗੇ? ਜ਼ਰੂਰ ਅਖੀਰ ਦੇ ਵਿੱਚ ਪ੍ਰੋਪਰਲੀ ਵਧੀਆ ਤਰੀਕੇ ਨਾਲ ਐਕਸਪਲੇਨ करके दसो जी। इशू है, इसमें किसान कामयाब होगा, किसानों की जीत होगी कि कानून भी वापस होंगे। कोई ऐसा खेती कानून या गांव के खिलाफ कानून अगर बनेगा तो जनता उसका विरोध करेगी। और आपने भी कहा कि एक जमीन के टुकड़े पे लोग आपस में झगड़ते हैं, तो बिल्कुल सही बात है। अगर सरकारों का मुकाबला नहीं, गलत चीज का मुकाबला नहीं, तो गुजरात के 8 गांव की जमीन वहां के जो रिलायंस कंपनी को खेती करने के लिए दी। अगर हम आंदोलन को मजबूत नहीं करने के तो गुजरात मॉडल ये पूरे देश में लागू करेंगे। और कल्चर लैंड खेती करने के लिए कंपनी जैसे आजिद मुल्कों में बट्टे, तो यहाँ पे 10-10 हेक्टेयर एक का किसान कमास में है, ये यहाँ पे करना चाहते हैं। खेती की जमीन को अधिग्रहण करके चाहती है सरकारें, वो यहाँ पे नहीं चाहती। यहाँ पे किसान लड़ाई लड़ेगा, लड़ाई में जीतेगा। और ये पूर्ण रूप से आश्वासन करना चाहते हैं नहीं, अपनी जमीन किसान नहीं देगा। कानून है, इन कानूनों को सरकारों को वापसी लेना। देश में व्यापार, रोटी को तिजोरी की वस्तु, अनाज को गोदामों में नहीं बंद होना जारी रहेगा जब तक ये कानून एमएसपी पे कानून नहीं बनेगा। उस पर सरकार बातचीत नहीं करेगी। किसान यहाँ का कमजोर नहीं है, किसान को बहका सकते हो, किसान को डरा नहीं सकते। और किसान अब इन सरकारों के बहकावे में नहीं आएगा। जी राकेश जी बहुत बहुत धन्यवाद, तुसीं सानूं टाइम दिता। ते आउण वाले दिनां दे विच आपां राकेश जी फिर जिहड़ी डिटेल दे विच गलबात करांगे, जो कि कल नूं मोहाली दे विच फिर तुसीं पहुंच रहे उत्थे की होगी, की गलबात होगी आउण वाले दिनां दे विच आपां जरूर गलबात करांगे। अभी बहुत साथी यहाँ पे है, मैं इनको भी दिखा देता हूँ। ये सब यहाँ पे बट्टे हुए हैं, यहाँ पे ये सब अपने साथी हैं, यहाँ बट्टे हुए हैं सब लोग। ये जी बहुत ही मन खुश हुंदा जी। साडे बड़े भरा ने सारे जिन्ने भी इस बैठे ने जी, धन्नवाद जी। जिन्ने भी साडे कनेडा अमेरिका दे विच बैठे तुहानूं इस टाइम देख रहे ने जी। सिंह साहब जी वाहिगुरू जी का खालसा वाहिगुरू जी की फतेह जी। तुसीं भी कुछ इनपुट पाउणी चाहुंदे हो जी, जरूर पाओ जी। और ठीक ठाक जी? जी बहुत वधिया जी, बड़ा मन खुश हुंदा सिंह साहब तुहानूं देख के जी। साडा जिहड़ा यूथ हैगा, तुसीं इस अंदोलन दे विच डटे होए हो, की कहना चाह रहे हो? तुसीं भी दो बोल साझे पाओ जी। जी ये भी बहुत बहुत बिल्कुल मजबूती ना डटे हैं। जी जी वाहिगुरू जी खालसा वाहिगुरू जी की फतेह जी। वाहिगुरू जी का खालसा वाहिगुरू जी की फतेह जी। तुसीं भी दो जिहड़ी बोल आ सांझ पाओ जी, की कहना चाहुंदे हो जी? जी बहुत ही मजबूत अंदोलन चल रहा है जी इत्थे गाजीपुर बॉर्डर ते, और खबरां अपने मीडिया राही कि किसान घट ने, इस ते विश्वास नहीं करना चाहिए। तो गलत खबरां दे रहा है बहुत पूरा यूपी, सारे किसान भरा, सारी बरादरी इत्थे मजबूती नाल बैठे हैं। हाँ पूरा इधर, हाँ जी बहुत मजबूत है, सारियां बरादरियां सारे किसान बैठे हुए ने इत्थे जी। बहुत ही वधिया जी। इस तरह असीं तुहाडे जो तुसीं आ बैकग्राउंड देख रहे हो ट्रॉली है जी, इस टाइम ट्रॉली च बैठे हैं असीं जी। कैद साहब ट्रॉली च ने इस टाइम जी दा भी तुहानूं इत्थे दिखाउंदे सारा कुछ जी। अंदर सारा रूम बनया हुआ ट्रॉली दे विच। जी जी
ਕਿਉਂਕਿ ਗਰਮੀ ਕਾਫੀ ਇੱਧਰ ਜ਼ਿਆਦਾ ਦਿੱਤਾ ਹੈਗੀ ਹੈ ਜੀ ਇੱਥੇ ਜ਼ਰੂਰ ਪੱਖੇ ਦਾ ਏਸੀ ਦਾ ਪ੍ਰਬੰਧ ਜ਼ਰੂਰ ਤੁਹਾਡਾ ਕੀਤਾ ਹੋਣਾ ਹੈਗਾ ਜੀ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਟਰਾਲੀ ਨਵੀਂ ਤਰੀਕੇ ਦੇ ਨਾਲ ਬਣਾਈ ਹੋਈ ਹੈ ਜੀ। ਜੀ ਅਸੀਂ ਹਮੇਸ਼ਾ ਕਿਸਾਨ ਭਰਾਵਾਂ ਵੱਲੋਂ ਦੇਖੋ ਹੀ ਵੀਰ ਸਾਰੇ ਜੀ, ਅਸੀਂ ਵੀ ਕਿਸਾਨਾਂ ਦੇ ਪੁੱਤਾਂ, ਅਸੀਂ ਵੀ ਖੇਤੀ ਕਰਦੇ ਆਏ ਹਾਂ ਉਸ ਪੰਜਾਬ ਦੇ ਵਿੱਚੋਂ। ਸਾਨੂੰ ਪਤਾ ਮਿੱਟੀ ਦੇ ਨਾਲ ਕਿੰਨਾ ਸਾਡਾ ਮੋਹ ਪਿਆਰ ਹੁੰਦਾ ਹੈਗਾ। ਅਸੀਂ ਉਸ ਕਿਸਾਨੀ ਪਰਿਵਾਰ ਦੇ ਵਿੱਚੋਂ ਆਇਆ ਨਿੱਕੇ ਨਿੱਕੇ ਹੁੰਦੇ ਹੋਏ। ਪਰ ਜਿਹੜੇ ਕੁਝ ਲੋਕ ਹੈਗੇ ਨੇ, ਸਰਕਾਰਾਂ ਨੇ ਇਹਨਾਂ ਦੇ ਜਿਹੜੇ ਗਲਤ ਕਾਨੂੰਨਾਂ ਕਰਕੇ 6 ਮਹੀਨੇ ਹੋ ਗਏ ਨੇ, ਕਿੰਨੇ ਜਿਹੜੇ ਸ਼ਹੀਦ ਹੋ ਗਏ ਨੇ, ਕਿੰਨਾ ਜਿਹੜਾ ਔਖਾ ਸਮਾਂ ਕਰ ਰਹੇ ਨੇ ਇੱਥੇ ਬੈਠੇ ਜਿਹੜੇ ਕਿਸਾਨ ਭਾਈਚਾਰੇ ਜਾਂ ਭੈਣ ਭਰਾ ਹੋਰ ਵੱਖ-ਵੱਖ ਜਿਹੜੇ ਲੋਕ ਹੈਗੇ ਨੇ। ਪਰ ਕਿਸਾਨਾਂ ਨੂੰ ਜਿਹੜੇ ਸਾਡੇ ਸਰਕਾਰਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈਗਾ। ਅਸੀਂ ਤੁਹਾਡੇ ਨਾਲ ਆ ਜੀ ਇਸ ਪਲੇਟਫਾਰਮ ਦੇ ਉੱਤੇ। ਜਦੋਂ ਮਰਜ਼ੀ ਤੁਸੀਂ ਸਾਨੂੰ ਆਵਾਜ਼ ਦਿਵੋ, ਅਸੀਂ ਤੁਹਾਡੇ ਨਾਲ ਜ਼ਰੂਰ ਜਿੰਨੇ ਜੋਗੇ ਹੈਗੇ ਨਾਲ ਖੜਾਂਗੇ। ਤੇ ਆਪਾਂ ਵੀਰ ਜੀ ਹੁਣ ਲੈਣੇ ਇਜਾਜ਼ਤ, ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈਗਾ। ਤਦ ਤੱਕ ਸਤਿ ਸ਼੍ਰੀ ਅਕਾਲ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਫੇਰ ਗੱਲਬਾਤ ਡਿਟੇਲ ਦੇ ਵਿੱਚ ਕਰਾਂਗੇ, ਖੁੱਲਾ ਟਾਈਮ ਰੱਖ ਕੇ ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਰਕੇਸ਼ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਟਾਈਮ ਦਿੱਤਾ। ਤੇ ਜਿੰਨੇ ਵੀ ਸਾਡੇ ਇਸ ਟਰਾਲੀ ਦੇ ਵਿੱਚ ਬੈਠੇ ਨੇ ਸੂਝਵਾਨ ਕਿਸਾਨੀ ਅੰਦੋਲਨ ਮੁੱਖ ਰੱਖਦੇ ਹੋਏ ਬੜੇ ਸੂਝਵਾਨ ਨੇ ਜੀ, ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਲੈਂਦੇ ਹਾਂ ਇਜਾਜ਼ਤ। ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਜੁੜਦੇ ਹਾਂ ਦੁਬਾਰਾ। ਸਤਿ ਸ਼੍ਰੀ ਅਕਾਲ ਜੀ।